श्री वाहिगुरु साहिब जीओ। गुर गोबिंद गोपाल गुर गुर पूर्ण नारायण है। गुर दयाल समर्थ गुर गुर नानक पतत उदाहरण है। गुर गोबिंद गोपाल गुर गुर पूर्ण नारायण है। गुर दयाल समर्थ गुर गुर नानक पतत उदाहरण है। भौजल बिखमस गाहो गुर बोहे थे तारियम। नानक पूर करम सतगुर चरणी लग्या। सतनाम श्री वाहिगुरु साहिब जी। आद को कवन विचार कथी अले सुन कहा कर वासो। ज्ञान की मुद्रा कवन कथी अले घट घट कवन निवासो। आद को कवन विचार कथी अले। भगत वत्सल कृपा निधान दसां पातशाहियां दे आत्मक स्वरूप साहिब श्री गुरु ग्रंथ साहिब जी की पावन पवित्र हजूरी अंदर जुड़ बैठी गुरु रूप गुरु खालसा साध संगत जी। 8वें पातशाह साहिब श्री गुरु हरकृष्ण साहिब महाराज, आओ तिन्हां दी कृपा सदका तिन्हां दे पावन पवित्र स्थान उपर सज के धन श्री गुरु नानक देव साहिब जी की पावन पवित्र बाणी सिद्ध गोष्ठ जिस दी कथा बड़े ही कौम दे सत्कारयोग विद्वान गुणी ज्ञानी आप संगतां नूं करके सुणाउंदे हन। तकरीबन 20 पौड़ियां दी कथा हो चुकी है और 21वीं पौड़ी दे विच धन श्री गुरु नानक देव साहिब महाराज तिन्हां नूं सिद्धां ने प्रश्न करदे ने ते प्रश्न भी एडे बा कमाल ने। जिहड़ा धर्मी बंदा है मेरे ख्याल मुताबक जे इन्हां प्रश्नां नूं जे इन्हां उत्तरां नूं सुन लवे तां उहदे जिन्ने मन दे संशे ने जिन्ने मन दे प्रश्न ने उहदा जवाब उन्हों मिल सकता है। ते इन्हां जवाबां दी कमाई करके धर्मी पुरुष अपनी मंजिल नूं प्राप्त कर सकता है। और आओ बड़े प्रेम दे नाल इस कथा नूं आरंभ करिए। सब तो पहला
ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸਿੱਧ ਨੇ, ਜੋਗੀ ਨੇ ਕੁਝ ਪ੍ਰਸ਼ਨ ਕੀਤੇ ਨੇ। ਆਦ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾ ਘਰ ਵਾਸੋ। ਪਹਿਲਾ ਪ੍ਰਸ਼ਨ, ਆਦ ਕਹਿੰਦੇ ਨੇ ਮੁੱਢ ਨੂੰ, ਜਿਹੜਾ ਸਭ ਦਾ ਮੁੱਢ ਹੈ, ਆਦ ਸਰੂਪ ਪਰਮੇਸ਼ਰ ਹੈ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਜਾਂ ਆਦ ਕਹਿੰਦੇ ਨੇ ਸ੍ਰਿਸ਼ਟੀ ਦੀ ਆਰੰਭਤਾ ਨੂੰ। ਦੁਨੀਆ ਜਦੋਂ ਪਰਮੇਸ਼ਰ ਨੇ ਪੈਦਾ ਕੀਤੀ ਸੀ, ਉਸ ਸਮੇਂ ਦੀ ਸਾਨੂੰ ਕੋਈ ਵਿਚਾਰ ਦੱਸੋ। ਦੂਸਰਾ ਪ੍ਰਸ਼ਨ ਹੈ, ਸੁਨ ਕਹਾ ਘਰ ਵਾਸੋ। ਸੁਨ ਕਹਿੰਦੇ ਨੇ ਜਿੱਥੇ ਜਾ ਕੇ ਚਿੱਤ ਦੇ ਖਿਆਲ ਠਹਿਰ ਜਾਣ, ਮਨ ਦੇ ਫੁਰਨੇ ਖਤਮ ਹੋ ਜਾਣ, ਜਿੱਥੇ ਮਨ ਸੰਕਲਪ ਵਿਕਲਪ ਸੋਚ ਤੋਂ ਅਸੋਚ ਤੋਂ ਪਰੇ ਹੋ ਜੇ, ਉਸ ਅਵਸਥਾ ਨੂੰ ਕਹਿੰਦੇ ਨੇ ਸੁਨ। ਨਾਮ ਜਪਦਿਆਂ ਜਪਦਿਆਂ, ਬੰਦਗੀ ਕਰਦਿਆਂ ਕਰਦਿਆਂ ਜਦੋਂ ਤੁਹਾਡੇ ਵਿਚਾਰ ਖੜ ਜਾਣ, ਉਸ ਅਵਸਥਾ ਨੂੰ ਸੁਨ ਕਹਿੰਦੇ ਨੇ। ਤੇ ਉਹ ਅਵਸਥਾ ਪਰਮੇਸ਼ਰ ਦੀ ਅਵਸਥਾ ਮੰਨੀ ਗਈ। ਤਾਂ ਇੱਥੇ ਸੁਨ ਤੋਂ ਭਾਵ ਹੈ ਅਫੁਰ ਪਰਮਾਤਮਾ, ਉਹ ਕਿਹੜੇ ਘਰ ਦੇ ਵਿੱਚ ਨਿਵਾਸ ਰੱਖਦਾ ਹੈ, ਉਹ ਕਿਹੜੀ ਜਗ੍ਹਾ ਉੱਤੇ ਰਹਿੰਦਾ ਹੈ। ਦੋ ਪ੍ਰਸ਼ਨ ਕਰਕੇ ਅਗਲੀਆਂ ਪੰਕਤੀਆਂ ਦੇ ਵਿੱਚ ਕੁਝ ਹੋਰ ਪ੍ਰਸ਼ਨ ਕਰਦੇ ਹਨ। ਆਦ ਕੋ ਕਵਨ ਵਿਚਾਰ ਕਥੀਅਲੇ, ਸੁਨ ਕਹਾ ਘਰ ਵਾਸੋ। ਤਾਂ ਇਹ ਪਹਿਲੇ ਦੋ ਪ੍ਰਸ਼ਨ ਨੇ। ਇਸ ਤੋਂ ਅੱਗੇ ਦੂਸਰੀ ਪੰਕਤੀ ਦੇ ਵਿੱਚ ਦੋ ਪ੍ਰਸ਼ਨ ਹੋਰ ਕਰਦੇ ਨੇ। ਗਿਆਨ ਕੀ ਮੁਦਰਾ ਕਵਨ ਕਥੀਅਲੇ, ਘਟ ਘਟ ਕਵਨ ਨਿਵਾਸੋ। ਗਿਆਨ ਕੀ ਮੁਦਰਾ, ਇੱਥੇ ਸ਼ਬਦ ਹੈ ਮੁਦਰਾ। ਜੇ ਇਹਦੇ ਉੱਤੇ ਟਿੱਪੀ ਲੱਗੀ ਹੋਵੇ ਫੇਰ ਬਣਦੀਆਂ ਮੁੰਦਰਾਂ, ਜਿਹੜੀਆਂ ਕੰਨਾਂ ਦੇ ਵਿੱਚ ਪਾ ਲਈਦੀਆਂ ਨੇ। ਇੱਥੇ ਟਿੱਪੀ ਤੋਂ ਰਹਿਤ ਹੈ, ਇਸ ਕਰਕੇ ਕਈ ਵਿਦਵਾਨ ਇਹਦਾ ਅਰਥ ਮੁੰਦਰਾਂ ਵੀ ਕਰਦੇ ਆ। ਪਰ ਸੰਸਕ੍ਰਿਤ ਸਾਹਿਤ ਦੇ ਅੰਦਰ ਕੁਝ ਮੁਦਰਾਵਾਂ ਦਾ ਜ਼ਿਕਰ ਆਉਂਦਾ ਹੈ। ਇੱਥੇ ਸਹੀ ਅਰਥ ਤੇ ਵੈਸੇ ਮੁਦਰਾ ਮੈਨੇ ਨਿਸ਼ਾਨੀ, ਗਿਆਨ ਦੀ ਨਿਸ਼ਾਨੀ ਕੀ ਹੈ ਇਹ ਬਣਦਾ ਹੈ। ਪਰ ਕੁਝ ਵਿਦਵਾਨ ਟਿੱਪੀ ਦਾ ਅੱਧਿਆ ਹਾਰ ਕਰਕੇ ਇਹਨੂੰ ਮੁੰਦਰਾ ਵੀ ਕਰ ਲੈਂਦੇ, ਪਰ ਸਹੀ ਅਰਥ ਮੁਦਰਾ ਹੈ, ਨਿਸ਼ਾਨੀ ਹੈ। ਗਿਆਨ ਦੀ ਨਿਸ਼ਾਨੀ ਕੀ ਹੈ? ਤੁਸੀਂ ਵੀ ਇਸ ਗੱਲ ਨੂੰ ਸੋਚ ਸਕਦੇ ਆ ਕਿ ਅਸੀਂ ਗੁਰਸਿੱਖ ਨੂੰ ਦੇਖਦੇ ਹਾਂ ਤੇ ਦੇਖਣ ਨੂੰ ਤਾਂ ਬਾਹਰੋਂ ਲਿਬਾਸ ਹੀ ਦਿਖਦਾ ਹੈ, ਸੁਣਨ ਨੂੰ ਤਾਂ ਬਾਹਰੋਂ ਵਿਚਾਰ ਹੀ ਸੁਣਦੇ ਨੇ। ਪਰ ਸਾਨੂੰ ਕਿੱਦਾਂ ਪਤਾ ਲੱਗੇ ਕਿ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੈ? ਗਿਆਨ ਕੀ ਮੁਦਰਾ, ਗਿਆਨ ਮਾਇਨੇ ਗਿਆਨਵਾਨ, ਗਿਆਨ ਨੂੰ ਧਾਰਨ ਵਾਲਾ, ਜਿਹਦੀਆਂ ਨਿਸ਼ਾਨੀਆਂ ਜਿਵੇਂ ਨੌਵੇਂ ਪਾਤਸ਼ਾਹ ਨੇ ਵੀ ਦਸੀਆਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਤਿਹ ਜਗ ਤਤ ਪਛਾਨਾ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਗਿਆਨਵਾਨ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਤੀਸਰਾ ਪ੍ਰਸ਼ਨ ਇਹ ਕੀਤਾ ਹੈ,
और चौथा प्रश्न, घट घट कवन निवासो। घट कहंदे शरीर नूं, घड़े नूं। शरीर दे अंदर जिहड़ा घट हिरदा है, हरेक शरीर दे अंदर हिरदा है, उस हिरदे दे विच कौन बैठा है। चार प्रश्न करके बड़े कमाल दे प्रश्न ने, रूहानियत दे प्रश्न ने, जिहड़े अगे तुसी होर प्रश्न सुनोगे ना, वो प्रश्न ते एडे कमाल दे ने कि तुसी सुन के हैरान रह जाओगे। अगलियां पंक्तियां दे विच पंजवां प्रश्न, धन श्री गुरु नानक देव साहब अगे कोई सिद्ध, कोई सूक्ष्म बुद्धि दा मालक, कोई जोगी बड़े प्रेम दे नाल करदा है। काल का ठीगा क्यों जलाई अले, क्यों निर्भव कर जाई है। अगला प्रश्न की है, पंजवां प्रश्न, काल का ठीगा। काल मैंने मौत, ते ठीगे दा अर्थ हुंदा सोटा, मौत दा सोटा। तुसी धन गुरु रामदास साहब जी दी बाणी पढ़दे आ, कीर्तन सोहले दे विच ये शब्द अंकित किया गया है। महाराज कहंदे जमकाल सह है सिर डंडा है, उन्होंने कहंदे ठीगा, मौत दा डंडा। इहदा भाव मौत दा दुख। मैं मौत दे दुख तो किवें बच सकदा। देखो किड्डा वड्डा प्रश्न है। सारी दुनिया ही चाहुंदी है कि सानू मौत दा दुख ना प्राप्त हो, मौत दे दुख दे विच असीं ना फसीए। ते जदों मौत शब्द आ जांदा ना, जिवें कल भी गुरु सवारे विद्वान ज्ञानी कुलवंत सिंह जी कथा करते पे सी कि मौत दुनिया नूं कंन दे दिंदी। मौत दा विषय ही इदां दा है, तुसीं हैरान होवोगे। मौत तो भजदा ते हरेक कोई है, इथों तक मौत दे नां तो भी दुनिया डरदी है, मौत दे दृश्य तो भी दुनिया डरदी। तुसीं किते बाजारां दे विच देखोगे, जिहड़े दुकानदार ने उन्हां ने कदी अपनी दुकान दे विच मौत दी फोटो लाई है? कदी भी नहीं लाउणगे। तुसी एक फोटो खिंचण वाले सज्जण दी दुकान देखियो, वो विआह वालियां फोटोआं लाऊगा, वो चूड़े वालियां फोटोआं लाऊगा, पर किसी दी चिखा बलदी पई है इदां दी फोटो वो कदी भी अपनी दुकान दे सामने नहीं लाऊ, कदी भी इहो जी फोटो दा प्रदर्शन नहीं करूगा। जे उन्होंने पुछिए विआह दियां फोटोआं ते बड़ियां लाउणा है, जन्मदिन दियां फोटोआं ते बड़ियां लाउणा है, वन सवन्ने पोज बना बना ते बड़े लाउणा है, ते मौत दी फोटो क्यों नहीं लाउंदा, चिखा दी फोटो क्यों नहीं लाउंदा? ते वो कहेगा भी जे मैं चिखा दी फोटो सामने लाती ते मेरी दुकान दे विच किसी ने वड़ना तक नहीं। उन्हां कहना ये कि साडे मत्थे लाउंदा पिया है। हुण देखो किड्डी कमाल दी गल है, मौत तो दुनिया किन्नी डरदी है। मैं कल कथा करदा पिया सी, बड़ा सोहना विचार पेश होया, ख्याल प्रगट होया सतगुरु जी दी किरपा नाल कि जदों मौत दी असीं गल करदे हां, तुसीं दूजे जिन्ने मर्जी समागम रख लो, कई बारी जिहड़े सरोते सतसंगी नहीं ने उन्हां नूं चुप कराउणा पऊगा कि भाई कीर्तन हुंदा पिया चुप करके बह जाओ, भाई कथा हुंदी पई है चुप करके बह जाओ। पर देखो जिदण मौत दा समागम हुंदा है, जिदण किसी प्राणी दा भोग पैंदा है, अंतम अरदास कीती जांदी है, उदण की भाई की माइया किसी नूं नहीं कहना पैंदा भी चुप करके बह जा, सारे ऐ शांत होके बैठे हो। इन्ना मौत दा असर पैंदा है। तां देखो किड्डा सोहना प्रश्न है। महाराज कहंदे ने, सतगुरु जी नूं प्रश्न करदे ने, काल का ठीगा क्यों जलाई अले।
मौत दा दुख किवें दूर करां, क्यों निरभौ कर जाइए। ते छेवां प्रश्न, निरभौ परमेश्वर दे घर ਸਰੂਪ ਦੀ ਪ੍ਰਾਪਤੀ ਕਿਵੇਂ ਹੋਵੇ, ਵਾਹਿਗੁਰੂ ਦੇ ਨਾਲ ਮਿਲਾਪ ਕਿੱਦਾਂ ਹੋਵੇ, ਜਾਂ ਫਿਰ ਨਿਰਭਉ ਅਵਸਥਾ ਨੂੰ ਮੈਂ ਕਿਸ ਤਰ੍ਹਾਂ ਪ੍ਰਾਪਤ ਕਰਾਂ। ਇਹ 6 ਪ੍ਰਸ਼ਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੱਗੇ ਕਿਸੇ ਸਿੱਧ ਨੇ, ਕਿਸੇ ਸੂਖਸ਼ਮ ਬੁੱਧੀ ਦੇ ਮਾਲਕ ਨੇ, ਕਿਸੇ ਪਾਰਦਰਸ਼ੀ ਨੇ ਬੜੇ ਪ੍ਰੇਮ ਦੇ ਨਾਲ ਕੀਤੇ ਹਨ। ਸਹਿਜ ਸੰਤੋਖ ਕਾ ਆਸਣ ਜਾਣੈ, ਜੋ ਛੇਦੇ ਬਹਿਰਾਈ ਐ। ਤੇ ਸਹਿਜ ਸੰਤੋਖ ਕਾ ਆਸਣ ਜਾਣੈ, ਆਸਣ ਕਹਿੰਦੇ ਨੇ ਇਸ ਸਥਿਤੀ ਨੂੰ, ਸਹਿਜ ਵਿੱਚ ਤੇ ਸੰਤੋਖ ਦੇ ਵਿੱਚ ਮੈਂ ਕਿਵੇਂ ਟਿਕਾਂ, ਮੇਰਾ ਮਨ ਸਹਿਜ ਵਿੱਚ ਆ ਜਾਵੇ, ਸ਼ਾਂਤ ਹੋ ਜਾਵੇ, ਕਲਪਨਾ ਤੋਂ ਰਹਿਤ ਹੋ ਜਾਵੇ, ਤੇ ਸੰਤੋਖ ਮੈਨੂੰ ਪ੍ਰਾਪਤ ਹੋਵੇ, ਯਥਾ ਲਾਭ ਤਥਾ ਸੰਤੁਸ਼ਟ ਰਿਹਾ ਕਰਾਂ। ਐਸੀ ਸਥਿਤੀ ਮੈਨੂੰ ਕਿੱਦਾਂ ਪ੍ਰਾਪਤ ਹੋਵੇ, ਕਿਉਂ ਛੇਦੈ ਬੈਰਾਗੈ। ਤੇ ਮੇਰੇ ਖਿਆਲ ਨਾਲ ਧਰਮ ਤੇ ਚੱਲਣ ਵਾਲਿਆਂ ਦਾ ਆ ਜਿਹੜਾ ਸਵਾਲ ਹੈ ਇਹ ਸਭ ਦਾ ਹੈ। ਜਿਹੜੇ ਵੈਰੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮੈਂ ਕਿਵੇਂ ਮਾਰਾਂ। ਮੇਰੇ ਖਿਆਲ ਨਾਲ ਦੁਨੀਆ ਦੇ ਵਿੱਚ ਕੋਈ ਵੀ ਇਦਾਂ ਦਾ ਬੰਦਾ ਨਹੀਂ ਜਿਹਦੇ ਅੰਦਰ ਕਾਮ ਕ੍ਰੋਧ ਨਹੀਂ ਚੱਲਦਾ ਹੈ, ਜਿਹਦੇ ਅੰਦਰ ਲੋਭ ਮੋਹ ਹੰਕਾਰ ਦੀ ਅੰਸ਼ ਨਹੀਂ ਚੱਲਦੀ ਹੈ। ਸਭ ਤੋਂ ਜ਼ਿਆਦਾ ਜੇ ਧਰਮ ਦੇ ਰਸਤੇ ਤੇ ਬੰਦੇ ਨੂੰ ਖਰਾਬ ਕਰਦੇ ਨੇ ਤਾਂ ਇਹ ਕਾਮ ਕ੍ਰੋਧ ਕਰਦੇ ਹਨ। ਤੁਸੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਸੁਣੋ, ਬੜਾ ਸੋਹਣਾ ਅਲੰਕਾਰ ਬੰਨਿਆ ਹੈ, ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ। ਕਹਿੰਦੇ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸ ਕਲਯੁਗ ਆਉਂਦਾ ਹੈ, ਤੇ ਕਲਯੁਗ ਦਾ ਸਰੀਰ ਕਿਦਾਂ ਦਾ, ਅੱਗ ਦਾ ਸਰੀਰ ਬਣਿਆ ਹੋਇਆ। ਦੇਖੋ ਕਲਯੁਗ ਦੇ ਵਿੱਚ ਹਰੇਕ ਨੂੰ ਅੱਗ ਲੱਗੀ ਹੋਈ ਹੈ, ਵਿਸ਼ੇ ਵਿਕਾਰਾਂ ਦੀ, ਲੋਭ ਦੀ, ਤ੍ਰਿਸ਼ਨਾ ਦੀ, ਕਾਮ ਕ੍ਰੋਧ ਦੀ। ਕਲਯੁਗ ਆਉਂਦਾ ਹੈ, ਉਹਦਾ ਸਰੀਰ ਕਹਿੰਦੇ ਅੱਗ ਦਾ ਬਣਿਆ ਹੋਇਆ ਹੈ। ਔਰ ਦੂਸਰੀ ਗੱਲ, ਕਲਯੁਗ ਨੇ ਇੱਕ ਹੱਥ ਦੇ ਵਿੱਚ ਫੜੀ ਹੈ ਜ਼ਬਾਨ, ਤੇ ਦੂਸਰੇ ਹੱਥ ਵਿੱਚ ਫੜੀ ਹੈ ਵਿਸ਼ੇ ਇੰਦਰੀ। ਤੇ ਮਹਾਰਾਜ ਨੂੰ ਦੱਸਦਾ ਹੈ ਕਿ ਜਿਹੜਾ ਮੇਰਾ ਸਰੂਪ ਹੈ ਇਹ ਦੁਨੀਆ ਦਾ ਲਕਸ਼ਣ ਹੈ, ਇਹ ਦੁਨੀਆ ਦੇ ਲੋਕਾਂ ਦਾ ਸੁਭਾਅ ਹੈ। ਲੋਕਾਂ ਨੂੰ ਅੱਗ ਲੱਗੀ ਰਵੇਗੀ ਲੋਭ ਦੀ, ਪੈਸੇ ਦੀ, ਮਾਇਆ ਦੀ, ਤੇ ਸਾਰੀ ਦੁਨੀਆ ਦੋ ਸਵਾਦਾਂ ਦੇ ਵਿੱਚ ਖੱਚਤ ਹੋ ਜਾਏਗੀ, ਇੱਕ ਜ਼ਬਾਨ ਦੇ ਸਵਾਦ ਦੇ ਵਿੱਚ ਤੇ ਦੂਜਾ ਵਿਸ਼ੇ ਇੰਦਰੀ ਦੇ ਸਵਾਦ ਦੇ ਵਿੱਚ। ਸਾਰੀ ਦੁਨੀਆ ਕਹਿੰਦੇ ਕਲਯੁਗ ਦੀ ਇਹਨਾਂ ਦੋਹਾਂ ਸਵਾਦਾਂ ਦੇ ਵਿੱਚ ਹੀ ਫਸ ਕੇ ਰਹਿ ਜਾਵੇ। ਉਹ ਵੱਖਰੀ ਗੱਲ ਹੈ। ਤੁਸੀਂ ਗੁਰਦੁਆਰੇ ਦੇ ਬਾਹਰ ਦੇਖੋ, ਉੱਥੇ ਦਰਬਾਨ ਖਲੋਤਾ ਹੁੰਦਾ ਹੈ। ਉਹਦਾ ਕੀ ਮਤਲਬ ਹੁੰਦਾ ਹੈ? ਉਹਦਾ ਮਤਲਬ ਹੁੰਦਾ, ਦਰਬਾਨ ਖੜ ਕੇ ਕਹਿੰਦਾ ਹੈ ਕਿ ਭਾਈ ਸਿਰ ਢੱਕ ਕੇ ਅੰਦਰ ਜਾ, ਭਾਈ ਸ਼ਰਾਬ ਪੀਣ ਵਾਲਾ ਅੰਦਰ ਨਹੀਂ ਜਾ ਸਕਦਾ, ਭਾਈ ਤੰਬਾਕੂ ਖਾਣ ਵਾਲਾ ਗੁਰਦੁਆਰੇ 'ਚ ਵੜ ਨਹੀਂ ਸਕਦਾ। ਅਸਲ ਵਿੱਚ ਇਹ ਜਿਹੜਾ ਮੂੰਹ ਹੈ ਨਾ, ਇਹ ਜਿਹੜੀ ਜ਼ਬਾਨ ਹੈ, ਇਹ ਅਸਲ ਵਿੱਚ ਸਾਡੇ ਸਰੀਰ ਦੀ ਪਹਿਰੇਦਾਰ ਹੈ ਵੀ ਇਸ ਸਰੀਰ ਦੇ ਵਿੱਚ ਮੈਂ ਗੰਦੀ ਸ਼ੈ ਨਹੀਂ ਪਾਉਣੀ, ਮਾੜੀ ਚੀਜ਼ ਨਹੀਂ ਪਾਉਣ ਦੇਣੀ। ਪਰ ਬੜਾ ਬੁਰਾ ਹਾਲ, ਇਹ ਸਰੀਰ ਨੂੰ ਤੇ ਗੰਦ ਦਾ ਟੋਆ ਬਣਾ ਕੇ ਲੋਕਾਂ ਨੇ ਰੱਖ ਛੱਡਿਆ ਹੈ। ਤਾਂ ਕਲਯੁਗ ਕਹਿੰਦਾ ਹੈ ਦੋ ਚੀਜ਼ਾਂ ਦੇ ਸਵਾਦ ਵਿੱਚ ਦੁਨੀਆ ਖੱਚਤ ਹੋ ਜਾਊਗੀ, ਇੱਕ ਜ਼ਬਾਨ ਦਾ ਸਵਾਦ ਤੇ ਇੱਕ ਕਾਮ ਦਾ ਸਵਾਦ। ਬਸ ਕਹਿੰਦੇ ਕਲਯੁਗ ਦੇ ਲੋਕ ਦੋ ਸਵਾਦਾਂ 'ਚ ਗਰਕ ਹੁੰਦੇ। ਹੁਣ ਦੇਖੋ ਕਿੱਡਾ ਵੱਡਾ ਪ੍ਰਸ਼ਨ ਹੈ, ਕਿਉਂ ਛੇਦੈ ਬੈਰਾਗੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਬਾਬਾ ਗੁਰੂ ਨਾਨਕ ਜੀ, ਕਿਰਪਾ ਕਰਕੇ ਦੱਸੋ ਕਿ ਕਾਮ ਕ੍ਰੋਧ ਨੂੰ ਮੈਂ ਕਿਵੇਂ ਮਾਰ ਸਕਦਾ। ਇਹ ਪ੍ਰਸ਼ਨ ਕੀਤਾ ਹੈ। ਇੰਨੇ ਪ੍ਰਸ਼ਨ ਕਰਕੇ
वैसे इन्ने विद्वानां ने प्रश्न मन्ने ने, अगलियां दो पंक्तियां विच कुछ विद्वान अवंतर प्रश्न भी मान लेंदे, होर भी मान लेंदे ने, उन्हां नूं भी आप जी सुन लो ते फिर आपां जिहड़े जवाब ने वो इकट्ठे ही पढ़ांगे सारे। तां महाराज कहिंदे हन अगली पंक्ति दे विच, गुर कै शब्द हौमै बिख मारै ता निज घर होवै वासो। महाराज कहिंदे गुर कै शब्द हौमै बिख मारै तां निज घर होवै वासो। अगला प्रश्न, मेरा निज घर दे विच निवास किदां होवे, मैनू निज घर दी प्राप्ति किदां होवे। तां सतगुरु जी कहिंदे गुर कै शब्द हौमै बिख मारै, गुरु दे शब्द दी कमाई करन दे नाल जिहड़ा अंदर हंकार दा जहर भरिया है, हंकार भरिया है, इनू मारना कर तां निज घर होवै वासो। जदों तेरा हंकार मर गया तां उदों तेनू परमेश्वर दे घर दी प्राप्ति हो जाऊगी। तेनू निज कहिंदे अपने, तेनू अपने घर दी प्राप्ति हो जाऊगी। आ दुनिया ते अपना घर नहीं है ना। तुसी सारी मेहनत ला के जिंदगी दे विच तीन चीज़ां आपां कमाउने, एक नाम, एक कपड़ा, कपड़ा मैंने पदार्थ जो भी कह लो, ते तीसरा रीझ ला के एक बारी असीं अपना घर बनाउने। हरेक बंदा अपनी मर्जी मुताबक घर बनाउंदा है, पर तुसी देखो जिद्दण इत्थों तुरना पैंदा है, जिद्दण इत्थों जाना पैंदा है, उदण जिहड़ा नाम सी वो बदल जाता है। नाम दे अगे पुराने लोग स्वर्गवासी आदक ला दिंदे आ, पर जिहड़े गुरसिख ने उन्हां दा स्वर्गां ते नरकां दे नाल की लैण देण। नाम बदल जाता है भी पूरा हो गया, खत्म हो गया, जां पढ़े लिखे लेट ला दिंदे आ, अगे फोटो दे अगे लिख के रख देना तेरी फोटो अगे। ते दूसरा कपड़ा, देखो मौत तो बाद यह भी बदल जाता है। की देणगे तेनू? एक कफन, जिन्ने मर्जी वधिया पाला, एक कफन रह जाना है। ते तीसरा सब तो वध मेहनत करके मकान बनाउंदा है, कुछ ईमानदारी नाल, कुछ धोखे धड़ियां नाल, पर एक गल चेते रखी, जिद्दण मौत हो गई ना, ये मकान दे विचों कढ के तेनू मड़ियां दे विच छड्ड के आउणा है। ये मकान भी तेरे तो खो लिया जाना है। मौत ने तेरा नाम भी खत्म करना है। शरीर झूठा ते शरीर दा नाम सच्चा। हां, जिहड़ी अंदर चीज बैठी है जिहदा कोई ना ही नहीं, जिन्नू आत्मा कहिंदे आ, परमात्मा कहिंदे, ओह ही सच्ची रह जाती है। तां मौत देखो किदां धक्का करदी है। जिन्ने मर्जी ना दुनिया दे विच बना, अखीर एक दो साल बाद तेनू किसी ने चेते नहीं करना है। जिन्ना मर्जी जिंदगी विच पदार्थ कमा, अखीर तेरे तो मरन वेले एक ड्रैस रह जानी, एक कफन रह जाना है। अखीर तू जिन्नी मर्जी मेहनत करके मकान बना, पर सच्चाई यह है कि एक दिन वह भी तेरे तो खो लिया जाना। ते जेड़ियां मड़ियां जिथे पता नहीं किन्ना क गंद पिया होया है, हुण ते कमरे च सेंट छिड़कदा है, हुण ते इंटीरियर डिजाइन कराउंदा है, हुण ते छत ते बड़ा कुछ लवाउंदा है, पर उथे पता नहीं किहो जिहा हाल होऊगा दिल्ली दीयां मड़ियां दे विच, उथे एक दिन निवास हो जाना है। तां किड्डा सोहना प्रश्न कीता बाबा सतगुरु श्री गुरु नानक जी, किरपा करके दसो मैनू अपना असली घर किवें प्राप्त होवे। असली घर की है? सचखंड। असली घर की है? परमात्मा। उस घर दे विच मेरा निवास किदां होवे? ते सतगुरु जी ने नाल ही जवाब दे दिता, गुर कै शब्द हौमै बिख मारै।
ਗੁਰੂ ਦੇ ਸ਼ਬਦ ਦੀ ਕਮਾਈ ਕਰ, ਨਾਮ ਦੀ ਕਮਾਈ ਕਰ, ਨਾਮ ਦੀਆਂ ਗੱਲਾਂ ਨਾ ਕਰ, ਨਾਮ ਦੀ ਕਮਾਈ ਕਰ। ਇਹ ਨਾ ਕਹਿ ਵੀ ਕੱਲ ਕਰੂੰਗਾ ਪਰਸੋਂ ਕਰੂੰਗਾ। ਬੰਦੇ ਦਾ ਸੁਭਾਅ ਇਹ ਸੋਚਦਾ ਜ਼ਿਆਦਾ ਤੇ ਕਰਦਾ ਬਿਲਕੁਲ ਘੱਟ। ਕਰਨ ਲੱਗਿਆਂ ਬੜੇ ਬੜੇ ਸਾਲ ਲੰਘਾ ਦਿੰਦਾ ਹੈ। ਗੱਲਾਂ ਨਾ ਕਰ, ਨਾਮ ਦੀ ਕਮਾਈ ਕਰ। ਤੇ ਜਦੋਂ ਤੇਰੇ ਅੰਦਰੋਂ ਹਉਮੈ ਜਾਂ ਬਿਖ ਕਹਿੰਦੇ ਵਿਸ਼ਿਆਂ ਨੂੰ, ਮਾੜੀਆਂ ਆਦਤਾਂ ਮਰ ਜਾਣਗੀਆਂ, ਤਾਂ ਫੇਰ ਕਹਿੰਦੇ ਤੇਰਾ ਨਿਜ ਘਰ ਦੇ ਵਿੱਚ ਨਿਵਾਸ ਹੋ ਜਾਵੇਗਾ। ਪੰਜਾਬ ਦੇ ਜਿਹੜੇ ਕਵੀ ਨੇ, ਵਿਦਵਾਨ ਨੇ, ਉਹਨਾਂ ਨੇ 5-6 ਲਾਈਨਾਂ ਬੜੀਆਂ ਕਮਾਲ ਦੀਆਂ ਲਿਖੀਆਂ ਨੇ। ਉਹ ਕਹਿੰਦੇ ਬੰਦੇ ਨੂੰ ਕਹੋ ਤੂੰ ਪਚਾਉਣਾ ਸਿੱਖ, ਫਿਰ ਗੱਲ ਚੇਤੇ ਰੱਖਿਓ, ਜ਼ਿੰਦਗੀ ਦੇ ਵਿੱਚ ਪਚਾਉਣਾ ਸਿੱਖੋ। ਨਾਮ ਜਪਦੇ ਹੋ ਪਰ ਪਚਾਉਂਦੇ ਨਹੀਂ। ਦੱਸਣ ਲੱਗ ਪਈਦਾ ਮੈਂ ਇੰਨਾ ਨਾਮ ਜਪਦਾ। ਬਾਣੀ ਪੜ੍ਹਦੇ ਹੋ ਪਰ ਪਚਾਉਂਦੇ ਨਹੀਂ। ਦੱਸਣ ਲੱਗ ਪਈਦਾ ਹੈ ਕਿ ਮੈਂ ਇੰਨਾ ਪਾਠ ਕਰਦਾ। ਤੇ ਅੱਜ ਕੱਲ ਤੇ ਚਲੋ ਕਮਾਲ ਹੀ ਹੋ ਗਈ ਹੈ, ਜਿਨ੍ਹਾਂ ਨੇ 10-10 ਸਾਲ ਕਥਾ ਕੀਤੀ ਹੈ, 20-20 ਸਾਲ ਕੀਰਤਨ ਕੀਤਾ ਹੈ, ਬਾਣੀ ਦਾ ਉਪਦੇਸ਼ ਦਿੱਤਾ ਹੈ, ਅੱਜ ਬਾਣੀ ਉਹਨਾਂ ਨੂੰ ਨਹੀਂ ਪਚਦੀ ਪਈ ਤੇ ਉਹ ਕਹਿਣ ਲੱਗ ਪਏ ਆਹ ਬਾਣੀ ਮਹਾਰਾਜ ਦੀ ਨਹੀਂ, ਆਹ ਬਾਣੀ ਮਹਾਰਾਜ ਦੀ ਨਹੀਂ, ਆਹ ਬਾਣੀ ਮਹਾਰਾਜ ਦੀ। ਪਚਾਉਣਾ ਸਿੱਖੋ। ਪੰਜਾਬ ਦੇ ਸ਼ਾਇਰਾਂ ਨੇ, ਕਵੀਆਂ ਨੇ 4 ਲਾਈਨਾਂ ਬੜੀਆਂ ਕਮਾਲ ਦੀਆਂ ਲਿਖੀਆਂ। ਉਹ ਕਹਿੰਦੇ ਜਦੋਂ ਪੈਸਾ ਨਹੀਂ ਪਚਦਾ ਉਦੋਂ ਕੀ ਹੁੰਦਾ ਵਾ? ਜਦੋਂ ਪੈਸਾ ਨਹੀਂ ਪਚਦਾ ਉਦੋਂ ਹੁੰਦਾ ਵਿਖਾਵਾ। ਸੁਣਿਓ ਧਿਆਨ ਦੇ। ਤੇ ਜਦੋਂ ਰੋਟੀ ਨਹੀਂ ਪਚਦੀ ਉਦੋਂ ਕੀ ਵੱਧਦੀ ਆ? ਚਰਬੀ। ਜਦੋਂ ਪੈਸਾ ਨਹੀਂ ਪਚਦਾ ਉਦੋਂ ਵੱਧਦਾ ਵਿਖਾਵਾ। ਤੇ ਜਦੋਂ ਗੱਲਬਾਤ ਨਹੀਂ ਪਚਦੀ ਉਦੋਂ ਵੱਧਦੀ ਆ ਚੁਗਲੀ। ਤੇ ਜਦੋਂ ਦੁਸ਼ਮਣੀ ਨਹੀਂ ਪਚਦੀ ਉਦੋਂ ਵੱਧਦਾ ਵੈਰ। ਇਸੇ ਤਰ੍ਹਾਂ ਜਦੋਂ ਪੈਸਾ ਨਹੀਂ ਨਾ ਪਚਦਾ ਉਦੋਂ ਵਿਖਾਵਾ ਤੇ ਹੰਕਾਰ ਵੱਧ ਜਾਂਦਾ ਹੈ। ਤਾਂ ਇਹ ਜਿਹੜਾ ਹੰਕਾਰ ਹੈ, ਹਉਮੈ, ਬਸ ਇਹਨੂੰ ਮਾਰ। ਗੁਰਦੁਆਰੇ ਆਉਣ ਤੋਂ ਬਾਅਦ ਕਿਹਾ ਕਰ, ਜੇ ਕੋਈ ਪੁੱਛੇ ਤੂੰ ਰੋਜ਼ ਗੁਰਦੁਆਰੇ ਜਾਣਾ? ਨਹੀਂ ਭਾਈ, ਮੈਂ ਕੌਣ ਆ ਗਰੀਬ ਜਾਣ ਵਾਲਾ, ਮੈਨੂੰ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਆਪ ਖਿੱਚ ਕੇ ਲੈ ਆਉਂਦੇ। ਜਦੋਂ ਪਾਠ ਕਰੇ, ਕੀਰਤਨ ਕਰੇ, ਕਥਾ ਕੀਰਤਨ ਸੁਣੇ ਤੇ ਕਵੇ ਮੈਂ ਕੌਣ ਆ ਸੁਣਨ ਵਾਲਾ, ਮੈਨੂੰ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਆਪ ਕਿਰਪਾ ਕਰਕੇ ਸੁਣਾ ਦਿੰਦੇ। ਤਾਂ ਗੁਰੂ ਦੇ ਸ਼ਬਦ ਦੀ ਕਮਾਈ ਕਰੇ, ਹਉਮੈ ਬਿਖ ਨੂੰ ਮਾਰੇ, ਤਾਂ ਨਿਜ ਘਰ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨਿਵਾਸ ਹੋ ਜਾਂਦਾ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾ ਕਾ ਦਾਸੋ। ਤੇ ਅਗਲਾ ਪ੍ਰਸ਼ਨ, ਮੈਂ ਉਸ ਪਰਮੇਸ਼ਰ ਦਾ ਦਾਸ ਕਿੱਦਾਂ ਬਣਾ? ਉਹ ਪਰਮਾਤਮਾ ਮੈਨੂੰ ਆਪਣਾ ਸੇਵਕ ਕਿੱਦਾਂ ਬਣਾਵੇ? ਤਾਂ ਮਹਾਰਾਜ ਕਹਿੰਦੇ ਜਿਨ ਰਚ ਰਚਿਆ, ਜਿਸ ਪਰਮੇਸ਼ਰ ਨੇ 5 ਤੱਤਾਂ ਨੂੰ ਰਚ ਕੇ ਇਹ ਦੁਨੀਆ ਸਾਜੀ ਹੈ, ਇਹ ਸੰਸਾਰ ਬਣਾਇਆ ਹੈ, ਤਿਸ ਸ਼ਬਦ ਪਛਾਣੈ, ਉਹਨੂੰ ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਪਛਾਨਣਾ ਕਰ ਤੇ ਤੂੰ ਵੀ ਉਹਦਾ ਦਾਸ ਬਣ ਜਾਏਗਾ, ਤੂੰ ਵੀ ਉਹਦਾ ਸੇਵਕ ਬਣ ਜਾਵੇਂਗਾ। ਇਹ 2 ਪ੍ਰਸ਼ਨਾਂ ਦੇ ਜਵਾਬ ਸਿਧਾਂਤ ਰੂਪ ਵਿੱਚ ਦਿੱਤੇ ਨੇ ਤੇ ਬਾਕੀ ਜਿਹੜੇ ਤਕਰੀਬਨ 8 ਪ੍ਰਸ਼ਨ ਨੇ ਉਹਨਾਂ ਦੇ ਜਵਾਬ 23ਵੀਂ ਪੌੜੀ 'ਚ ਦਿੰਦੇ ਨੇ। ਜਿਹੜੀ 22ਵੀਂ ਪੌੜੀ ਹੈ ਇਹਦੇ ਪ੍ਰਸ਼ਨ ਉੱਤਰ ਅੱਡ ਨੇ ਤੇ ਮੈਂ ਕੋਸ਼ਿਸ਼ ਕਰਦਾ ਕਿ ਸਭ ਤੋਂ ਪਹਿਲਾਂ ਆਪਾਂ 23ਵੀਂ ਪੌੜੀ ਪੜ੍ਹ ਲੈਂਦੇ ਆ ਤਾਂ ਕਿ ਜਿਹੜੇ ਪ੍ਰਸ਼ਨ ਕੀਤੇ ਉਹਨਾਂ ਦੇ ਉੱਤਰ ਮਿਲ ਜਾਣ ਤੇ 22ਵੀਂ ਪੌੜੀ ਦੇ ਪ੍ਰਸ਼ਨ ਤੇ ਉੱਤਰ ਉਹ ਫਿਰ ਬਾਅਦ ਦੇ ਵਿੱਚ ਸੰਗਤ ਨੂੰ ਸ਼ਰਵਣ ਕਰਾਉਣਾ। ਤਾਂ ਪਹਿਲਾ ਪ੍ਰਸ਼ਨ ਕੀਤਾ ਸੀ ਆਦ ਦਾ, ਸ੍ਰਿਸ਼ਟੀ ਦੇ ਮੁੱਢ ਦਾ ਕੁਝ ਵਿਚਾਰ ਦੱਸੋ। ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ
23ਵੀਂ ਪੌੜੀ ਦੀ ਪਹਿਲੀ ਪੰਕਤੀ ਅੰਦਰ ਫਰਮਾਉਂਦੇ ਹਨ, ਆਦ ਕੋ ਬਿਸਮਾਦ ਵਿਚਾਰ ਕਥੀ ਅਲੇ, ਸੁਨ ਨਿਰੰਤਰ ਵਾਸ ਲੀਆ। ਦੋ ਪ੍ਰਸ਼ਨ ਕੀਤੇ ਸੀ ਕਿ ਆਦ ਦਾ ਵਿਚਾਰ ਦੱਸੋ। ਆਦ ਪਰਮੇਸ਼ਰ ਵੀ ਹੈ, ਆਦ ਸ੍ਰਿਸ਼ਟੀ ਦਾ ਆਰੰਭ ਵੀ ਹੈ, ਤੇ ਦੂਸਰਾ ਪ੍ਰਸ਼ਨ ਸੀ ਕਿ ਸੁਨ ਪਰਮਾਤਮਾ, ਅਫੁਰ ਪਰਮਾਤਮਾ ਕਿੱਥੇ ਵਸਦਾ। ਦੋ ਪ੍ਰਸ਼ਨ ਦੇਖੋ, ਇਹ ਕਿੱਡੇ ਸਿੱਧ ਤਿੱਖੇ ਸੀ। ਇਹਨਾਂ ਨੇ ਸਤਿਗੁਰੂ ਜੀ ਨੂੰ ਜਾਣ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਬੰਨੇ ਕਹਿੰਦੇ ਆਦ, ਆਦ ਮੈਨੇ ਮੁੱਢ, ਤੇ ਗੁਰਬਾਣੀ ਕਹਿੰਦੀ ਹੈ ਉਹਦਾ ਆਦ ਜਾਣਿਆ ਨਹੀਂ ਜਾਂਦਾ। ਤੇ ਜੇ ਗੁਰੂ ਨਾਨਕ ਕਹੂਗਾ ਵੀ ਆਦ ਬਾਰੇ ਕੁਝ ਕਹੂਗਾ ਤੇ ਫਿਰ ਉਹ ਜਾਣਿਆ ਜਾਊਗਾ, ਤੇ ਜੇ ਜਾਣਿਆ ਜਾਊਗਾ ਤੇ ਉਹ ਫਿਰ ਸਾਡੇ ਵਰਗਾ ਬੰਦਾ ਹੋਊਗਾ, ਤੇ ਜੇ ਸਾਡੇ ਵਰਗਾ ਬੰਦਾ ਹੋਊਗਾ ਤੇ ਇਹਨਾਂ ਦਾ ਰੱਬ ਫਿਰ ਜੰਮਣ ਮਰਨ ਵਾਲਾ ਹੋਊਗਾ, ਇਹਨਾਂ ਦਾ ਮਤ ਖੰਡਨ ਹੋ ਜਾਊਗਾ। ਦੇਖੋ ਉਹਨਾਂ ਦੀ ਕਿੱਡੀ ਤੀਕਸ਼ਣ ਬੁੱਧੀ। ਆਦ ਪਰਮੇਸ਼ਰ ਦਾ ਕੁਝ ਵਿਚਾਰ ਦੱਸੋ। ਪਰ ਸਤਿਗੁਰੂ ਕਿਹੜਾ ਘੱਟ ਸੀ। ਮਹਾਰਾਜ ਕਹਿੰਦੇ ਆਪ ਨਾਰਾਇਣ ਕਲਾ ਧਾਰ, ਆਪ ਪਰਮੇਸ਼ਰ ਆਪਣੀਆਂ ਸ਼ਕਤੀਆਂ ਨੂੰ ਧਾਰਨ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਹੈ। ਦੇਖੋ ਕਿੱਡੀ ਯੁਕਤੀ ਹੈ। ਹੁਣ ਦੇਖੋ ਦੂਸਰਾ ਪ੍ਰਸ਼ਨ, ਸੁਨ ਕਹਾਂ ਘਰ ਵਾਸੋ, ਜਿਹੜਾ ਅਫੁਰ ਪਰਮਾਤਮਾ ਹੈ ਜੀ, ਉਹ ਕਿੱਥੇ ਵਸਦਾ ਹੈ। ਜੇ ਮਹਾਰਾਜ ਕਹਿਣਗੇ ਵੀ ਕਿਸੇ ਜਗ੍ਹਾ ਉੱਤੇ ਵਸਦਾ ਹੈ, ਤੇ ਜਗ੍ਹਾ ਉੱਤੇ ਸਰੀਰ ਰਹਿ ਸਕਦਾ ਹੈ। ਜਿਵੇਂ ਤੁਸੀਂ ਇੱਥੇ ਬੈਠੇ ਆ, ਘਰ ਤਾਂ ਨਹੀਂ ਨਾ ਬੈਠੇ, ਸਰੀਰ ਇੱਕ ਜਗ੍ਹਾ ਤੇ ਰਹਿ ਸਕਦਾ ਹੈ। ਤੇ ਜੇ ਇਹ ਕਹਿਣਗੇ ਕਿ ਪਰਮਾਤਮਾ ਫਲਾਨੀ ਜਗ੍ਹਾ ਤੇ ਵਸਦਾ ਹੈ, ਜਿਵੇਂ ਕਬੀਰ ਸਾਹਿਬ ਕਹਿੰਦੇ ਦੱਖਣ ਦੇਸ਼ ਹਰੀ ਕਾ ਬਾਸਾ, ਕਬੀਰ ਸਾਹਿਬ ਕਹਿੰਦੇ। ਇਸੇ ਪ੍ਰਕਾਰ ਜੇ ਇਹ ਵੀ ਕਹਿਣ ਕਿ ਰੱਬ ਕਿਸੇ ਵਿਸ਼ੇਸ਼ ਜਗ੍ਹਾ ਉੱਤੇ ਵਸਦਾ, ਤਾਂ ਉਹ ਕੀ ਹੋ ਗਿਆ, ਸਰੀਰ। ਤੇ ਜੇ ਰੱਬ ਨੂੰ ਸਰੀਰ ਧਾਰੀ ਮੰਨ ਲਈਏ, ਤੇ ਜਿਹੜਾ ਸਰੀਰ ਹੈ ਉਹਦਾ ਧਰਮ ਹੈ ਜੰਮਣਾ ਤੇ ਮਰਨਾ। ਇਹਨਾਂ ਦਾ ਰੱਬ ਵੀ ਜੰਮਣ ਮਰਨ ਵਾਲਾ ਹੋ ਜਾਊਗਾ। ਇਸ ਕਰਕੇ ਸਿੱਖਾਂ ਦਾ ਧਰਮ ਹੀ ਮੈਂ ਖੰਡਨ ਕਰ ਦੂੰਗਾ ਫੜ ਕੇ। ਇੰਨੇ ਡੂੰਘੇ ਪ੍ਰਸ਼ਨ ਮਾਰਦੇ ਨੇ ਮਹਾਰਾਜ, ਇੰਨੀਆਂ ਡੂੰਘੀਆਂ ਤਰਕਾਂ ਮਾਰਦੇ ਨੇ ਮਨ ਦੇ ਵਿੱਚ ਈਰਖਾ ਰੱਖ ਕੇ। ਪਰ ਸਤਿਗੁਰੂ ਕਿਸੇ ਤੋਂ ਕੀ ਘੱਟ ਸਨ। ਸਤਿਗੁਰੂ ਆਪ ਗੁਰੂ ਪਰਮੇਸ਼ਰ ਸਨ। ਉਹਨਾਂ ਨੇ ਇੱਕ ਕਮਾਲ ਦਾ ਸ਼ਬਦ ਵਰਤਿਆ, ਆਦ ਕੋ ਬਿਸਮਾਦ ਵਿਚਾਰ ਕਥੀ ਹਲੇ। ਉਹ ਕਹਿੰਦੇ ਆਦ ਦਾ ਵਿਚਾਰ ਜਿਹੜਾ ਹੈ ਉਹ ਬਿਸਮਾਦ ਹੈ। ਬਿਸਮਾਦ ਕਹਿੰਦੇ ਆ, ਤੁਸੀਂ ਇੱਕ ਬਾਣੀ 'ਚ ਪੰਕਤੀ ਸੁਣਦੇ ਹੋਗੇ, ਬਿਸਮ 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 ਹੀ ਭਈ ਹੈ, ਵਿਸਮਾਦ ਨਾਦ, ਵਿਸਮਾਦ ਵੇਦ। ਇਹ ਆਸਾ ਜੀ ਦੀ ਵਾਰ ਦੇ ਵਿੱਚ ਸੁਣਿਓ ਕਿਤੇ ਇਸ ਸ਼ਬਦ ਨੂੰ। ਬਿਸਮਾਦ ਕਹਿੰਦੇ ਆ ਜਿਹਦਾ ਜਵਾਬ ਜ਼ਬਾਨ ਨਾ ਦੇ ਸਕੇ, ਜਿਹਦਾ ਜਵਾਬ ਬੜਾ ਸੋਹਣਾ ਹੈ, ਜਿਉਂ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੇ ਮਹਾਰਾਜ ਦੱਸ ਦਿੰਦੇ ਤੇ ਫਿਰ ਉਹ ਜ਼ਬਾਨ ਦੇ ਅਧੀਨ ਹੋ ਜਾਣਾ ਸੀ, ਤੇ ਜੇ ਜ਼ਬਾਨ ਦੇ ਅਧੀਨ ਹੋ ਜਾਂਦਾ ਤੇ ਫਿਰ ਉਹ ਰੱਬ ਨਹੀਂ ਸੀ ਰਹਿਣਾ, ਉਹ ਥੋੜੀ ਜੀ ਤਾਕਤ ਦਾ ਮਾਲਕ ਰਹਿ ਜਾਣਾ। ਮਹਾਰਾਜ ਨੇ ਸ਼ਬਦ ਵਰਤਿਆ ਬਿਸਮਾਦ, ਜਿਹਦੇ ਬਾਰੇ ਤੂੰ ਇਹ ਚਮੜੇ ਦੀ ਜ਼ਬਾਨ ਨਾਲ ਦੱਸ ਨਹੀਂ ਸਕਦਾ, ਜਿਹਦੇ ਬਾਰੇ ਇਸ ਛੋਟੀ ਜਿਹੀ ਤਰਾਜੂ ਰੂਪੀ ਬੁੱਧੀ ਦੇ ਨਾਲ ਤੂੰ ਕੁਝ ਤੋਲ ਨਹੀਂ ਸਕਦਾ। ਜਦੋਂ ਅਸੀਂ ਵਿਦਵਾਨਾਂ ਨੂੰ ਪੜ੍ਹਦੇ ਹਾਂ, ਉਹਨਾਂ ਦੀਆਂ ਰਾਇ ਪੜ੍ਹਦੇ ਹਾਂ, ਉਹਨਾਂ ਨੇ ਆਦ ਬਾਰੇ ਕੀ ਕੀ ਵਿਚਾਰ ਕੀਤਾ ਹੈ। ਦੇਖੋ ਹਿੰਦੂ ਧਰਮ, ਉਹਨਾਂ ਨੂੰ ਪੁੱਛੀਏ ਵੀ ਦੁਨੀਆ ਕਦੋਂ ਦੀ ਬਣੀ ਹੈ, ਉਹ ਕਹਿਣਗੇ, ਜੇ ਤੁਸੀਂ ਉਹਨਾਂ ਦੇ ਗ੍ਰੰਥਾਂ ਨੂੰ ਪੜ੍ਹੋ ਤਾਂ ਉਹ ਕਹਿਣਗੇ 1 ਅਰਬ 96 ਕਰੋੜ ਤਕਰੀਬਨ 83 ਲੱਖ ਤੇ 8-9 ਹਜ਼ਾਰ ਸਾਲ। ਇੰਨੇ ਸਾਲ ਹੋ ਗਏ ਨੇ ਜਦੋਂ ਤੋਂ ਦੁਨੀਆ ਬਣੀ ਹੋਈ। ਦੂਸਰਾ ਵਿਚਾਰ, ਤੁਸੀਂ ਮੁਸਲਮਾਨ ਧਰਮ ਨੂੰ ਜਾਂ ਈਸਾਈ ਧਰਮ ਨੂੰ ਪੜ੍ਹੋ, ਉਹਨਾਂ ਨੂੰ ਪੁੱਛੋ ਕਿ ਦੁਨੀਆ ਕਦੋਂ ਤੋਂ ਬਣੀ ਹੈ, ਤਾਂ ਜਿਹੜਾ ਈਸਾਈ ਧਰਮ ਹੈ ਇਹ ਤੁਹਾਨੂੰ ਕਹੂਗਾ
ਕਿ 6000 ਸਾਲ ਹੋ ਗਏ ਉਦੋਂ ਤੋਂ ਦੁਨੀਆ ਬਣੀ। ਤੁਸੀਂ ਇਸਲਾਮ ਧਰਮ ਨੂੰ ਪੜੋ, ਉਹ ਤੁਹਾਨੂੰ ਦੱਸਣਗੇ ਕਿ 10,000 ਸਾਲ ਹੋ ਗਏ ਨੇ ਜਦੋਂ ਤੋਂ ਸੰਸਾਰ ਜਿਹੜਾ ਹੈ ਬਣਿਆ ਹੈ। ਕਿਤੇ ਕਿਤੇ ਕਹਿੰਦੇ 14,000 ਸਾਲ ਹੋ ਗਏ ਨੇ ਜਦੋਂ ਤੋਂ ਸੰਸਾਰ ਬਣਿਆ ਹੈ। ਦੇਖੋ ਇਹ ਜਿੰਨੀਆਂ ਵੀ ਗੱਲਾਂ ਨੇ ਇਹ ਆਪੋ ਆਪਣੀ ਬੁੱਧੀ ਦੀਆਂ ਚਤੁਰਾਈਆਂ ਨੇ। ਤੇ ਜਦੋਂ ਤੁਸੀਂ ਬਾਣੀ ਨੂੰ ਪੜੋ ਤੇ ਮਹਾਰਾਜ ਕੀ ਕਹਿੰਦੇ ਨੇ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਟੀ ਕੋ ਸਾਜੈ, ਆਪੇ ਜਾਣੈ ਸੋਈ। ਮਹਾਰਾਜ ਕਹਿੰਦੇ ਭਾਈ ਇਹ ਆਪੋ ਆਪਣੀ ਬੁੱਧੀ ਦੀ ਸੋਚ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਜਿਹਦੀ ਜਿੰਨੀ ਨਿਗਾਹ ਉਹ ਓਨਾ ਦੇਖ ਸਕਦਾ ਹੈ, ਜਿਹਦੇ ਖੰਭਾਂ ਦੇ ਵਿੱਚ ਜਿੰਨੀ ਤਾਕਤ ਉਹ ਓਨਾ ਉੱਡ ਸਕਦਾ ਹੈ। ਪਰ ਜੇ ਪੰਛੀ ਕਵੇ ਵੀ ਮੈਂ ਅਸਮਾਨ ਦਾ ਅੰਤ ਪਾ ਲਿਆ ਤੇ ਝੂਠ ਮਾਰਨ ਵਾਲੀ ਗੱਲ। ਜੇ ਮੱਛੀ ਕਵੇ ਵੀ ਮੈਂ ਸਮੁੰਦਰ ਦਾ ਅੰਤ ਪਾ ਲਿਆ ਤੇ ਝੂਠ ਮਾਰਨ ਵਾਲੀ ਗੱਲ। ਤਾਂ ਮਹਾਰਾਜ ਕੀ ਕਹਿੰਦੇ ਨੇ, ਮਹਾਰਾਜ ਕਹਿੰਦੇ ਜਿਹੜਾ ਹੋਇਆ ਹੀ ਆਦ ਸਭ ਦਾ ਮੁੱਢ, ਤੇ ਉਹਨੂੰ ਸੱਜਣਾ ਤੂੰ ਕਿਵੇਂ ਜਾਣ ਸਕਦਾ ਹੈ? ਉਹਨੂੰ ਪੂਰਾ ਪੂਰਾ ਇਸ ਤੁਸ਼ ਜੀ ਜ਼ਬਾਨ ਦੇ ਨਾਲ ਕਿੱਦਾਂ ਕਥਨ ਕਰ ਸਕਦਾ ਹੈ? ਜੇ ਤੁਸੀਂ ਇੱਧਰ ਦੇ ਮਤ ਪੜੋ ਨਾ, ਯੂਰਪ ਜਾਂ ਇੱਧਰਲੇ ਬਾਹਰਲੇ ਵਿਦਵਾਨ, ਉਹ ਕੁਝ ਵਿਦਵਾਨ ਕਹਿੰਦੇ ਨੇ ਕਿ 1.5 ਕਰੋੜ ਸਾਲ ਹੋ ਗਿਆ ਜਦੋਂ ਧਰਤੀ ਦੇ ਵਿੱਚ ਸਮਰੱਥਾ ਆਈ ਬਨਸਪਤੀ ਪੈਦਾ ਕਰਨ ਦੀ, ਤੇ ਉਦੋਂ ਜੀਵਨ ਸ਼ੁਰੂ ਹੋ ਗਿਆ। ਦੂਸਰਾ ਵਿਦਵਾਨ ਕਹਿੰਦਾ ਹੈ, ਪ੍ਰੋਫੈਸਰ ਕੇਰਲਾ, ਉਹ ਕਹਿੰਦਾ ਹੈ ਕਿ ਤਕਰੀਬਨ 6-7 ਕਰੋੜ ਸਾਲ ਹੋ ਗਏ ਨੇ ਦੁਨੀਆ ਨੂੰ ਬਣੀ, ਸੰਸਾਰ ਨੂੰ ਬਣੇ, ਜੀਵਨ ਨੂੰ ਬਣੇ ਨੂੰ। ਇੱਕ ਬੜੇ ਚੰਗੇ ਵਿਦਵਾਨ ਵਿਲੀਅਮ ਟਾਮਸ, ਉਹ ਕਹਿੰਦਾ ਹੈ ਕਿ ਤਕਰੀਬਨ 10 ਕਰੋੜ ਸਾਲ ਹੋ ਗਏ ਨੇ ਦੁਨੀਆ ਬੜੀ। ਰਹਿ ਹੀ ਹੈ ਨਾ, ਵਿਚਾਰ ਹੀ ਹੈ। ਤੇ ਕੁਝ ਵਿਦਵਾਨ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਸੈਂਕੜੇ ਕਰੋੜ ਸਾਲ ਹੋ ਗਏ ਨੇ ਸੰਸਾਰ ਬਣਿਆ। ਤਾਂ ਇਹ ਆਪੋ ਆਪਣੀ ਬੁੱਧੀ ਦੀਆਂ ਕਾਢਾਂ ਨੇ। ਪਰ ਸਤਿਗੁਰੂ ਜੀ ਕਹਿੰਦੇ ਸੱਜਣਾ ਜਿਹੜਾ ਹੋਇਆ ਹੀ ਆਦ, ਉਹਨੂੰ ਕਿੱਦਾਂ ਤੂੰ ਆਪਣੀ ਜ਼ਬਾਨ ਨਾਲ ਕਥਨ ਕਰੇਗਾ? ਇੱਕ ਪੁੱਤ ਕੀ ਜਾਣਦਾ ਹੈ ਪਿਓ ਦੇ ਜਨਮ ਨੂੰ? ਤਾਂ ਮਹਾਰਾਜ ਦੀ ਵੇਖੋ ਸੂਖਸ਼ਮ ਬੁੱਧੀ, ਮਹਾਰਾਜ ਦੀ ਰੂਹਾਨੀਅਤ ਵੇਖੋ, ਬਿਸਮਾਦ ਕਥੀ ਅਲੇ, ਜਿਹਨੂੰ ਜ਼ਬਾਨ ਨਾਲ ਤੂੰ ਕਹਿ ਨਹੀਂ ਸਕਦਾ। ਸੁਨ ਨਿਰੰਤਰ ਵਾਸ ਲਿਆ। ਤੇ ਦੂਸਰਾ ਪ੍ਰਸ਼ਨ ਦਾ ਜਵਾਬ, ਰੱਬ ਕਿੱਥੇ ਵਸਦਾ ਹੈ, ਪਰਮੇਸ਼ਰ ਕਿੱਥੇ ਰਹਿੰਦਾ ਹੈ? ਤਾਂ ਨਿਰੰਤਰ ਲਗਾਤਾਰ ਇੱਕ ਰਸ ਪਰਮੇਸ਼ਰ ਹਰੇਕ ਜਗ੍ਹਾ ਤੇ ਬੈਠਾ। ਕੋਈ ਏਦਾਂ ਦੀ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਨਹੀਂ। ਉਹਨਾਂ ਦਾ ਇਰਾਦਾ ਜੇ ਕਹਿਣਗੇ ਕਿ ਫਲਾਨੀ ਜਗ੍ਹਾ ਤੇ ਬੈਠਾ ਹੈ, ਤੇ ਉਹ ਤੇ ਫਿਰ ਮੁਸਲਮਾਨ ਵੀ ਮੰਨਦੇ ਆ ਵੀ ਇੱਧਰ ਕਾਬੇ ਵਾਲੇ ਬੰਦੇ ਬੈਠਾ ਹੈ, ਉਹ ਤੇ ਹੋਰ ਮਤ ਵੀ ਮੰਨਦੇ। ਤਾਂ ਮਹਾਰਾਜ ਕਹਿੰਦੇ ਭਾਈ ਹਰੇਕ ਜਗ੍ਹਾ ਤੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਬੈਠਾ ਹੋਇਆ ਹੈ। ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ, ਘਟ ਘਟ ਸਾਚਾ ਸਰਬ ਜੀਆ। ਇਹ ਪਾਠ ਹੈ ਅਕਲਪਤ ਮੁਦਰਾ, ਐੜਾ ਸੰਬੰਧਕ ਅਕਲਪਤ ਮੁਦਰਾ, ਗੁਰ ਗਿਆਨ ਵਿਚਾਰੀ ਅਲੇ, ਘਟ ਘਟ ਸਾਚਾ ਸਰਬ ਜੀਆ। ਦੇਖੋ ਦੂਸਰਾ ਪ੍ਰਸ਼ਨ ਕੀਤਾ ਸੀ, ਤੀਸਰਾ ਪ੍ਰਸ਼ਨ ਕੀਤਾ ਸੀ ਗਿਆਨ ਕੀ ਮੁਦਰਾ ਕਮਲ ਕਥੀ ਅਲੇ, ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਹੈ, ਗਿਆਨਵਾਨ ਦੀ ਨਿਸ਼ਾਨੀ ਕੀ ਹੈ? ਤਾਂ ਮਹਾਰਾਜ ਨੇ ਆਖਿਆ ਅਕਲਪਤ, ਕਲਪਨਾ ਤੋਂ ਰਹਿਤ। ਕਲਪਨਾ ਕਹਿੰਦੇ ਕਲੇਸ਼ ਨੂੰ, ਜਿੱਥੇ ਦੁੱਖ ਨਾ ਰਵੇ, ਜਿੱਥੇ ਕਲੇਸ਼ ਨਾ ਰਵੇ, ਜਿਸ ਅਵਸਥਾ ਦੇ ਵਿੱਚ ਜਾ ਕੇ ਦੁੱਖ ਮਹਿਸੂਸ ਹੋਣੋਂ ਹਟ ਜੇ। ਤੁਸੀਂ ਮਹਾਰਾਜ ਦਾ ਸ਼ਬਦ ਪੜ੍ਹਦੇ ਆ, ਮੈਂ ਫੇਰ ਦੁਹਰਾਦਾ, ਪਹਿਲਾਂ ਵੀ ਬੇਨਤੀ ਕੀਤੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਜਿੱਥੇ ਕਲੇਸ਼ ਕਲਪਨਾ ਦੁੱਖ ਮਹਿਸੂਸ ਹੋਣੋਂ ਹਟ ਜੇ,
ਤੇ ਸ਼ੁਰਤੀਆਂ ਦੇ ਵਿੱਚ, ਵੇਦਾਂ ਦੇ ਵਿੱਚ ਇੱਕ ਗੱਲ ਬੜੀ ਸੋਹਣੀ ਲਿਖੀ ਹੈ। ਉਹਨਾਂ ਨੂੰ ਪੁੱਛਿਆ ਕਿ ਆਤਮਵੇਤਾ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ? ਉਹਨਾਂ ਜਵਾਬ ਦਿੱਤਾ, ਤਰਤੀ ਸ਼ੋਕ ਆਤਮਵਿਤ, ਜਿਹੜਾ ਸ਼ੋਕ ਨੂੰ ਤਰ ਜਾਂਦਾ ਹੈ, ਜਿਹਦੇ ਉੱਤੇ ਸ਼ੋਕ ਦਾ ਅਸਰ ਨਹੀਂ ਪੈਂਦਾ, ਉਹ ਹੈ ਆਤਮਵੇਤਾ, ਉਹ ਹੈ ਮਹਾਪੁਰਖ। ਜਿਵੇਂ ਧੰਨ ਭਾਈ ਮਤੀ ਦਾਸ ਜੀ ਵਰਗੇ, ਜਦੋਂ ਆਰੇ ਨਾਲ 2 ਫਾਕੜਾਂ ਦੇ ਵਿੱਚ ਚੀਰ ਦਿੱਤਾ ਗਿਆ, ਜਾਂ ਭਾਈ ਸਤੀ ਦਾਸ ਵਰਗੇ, ਜਾਂ ਭਾਈ ਦਿਆਲਾ ਜੀ ਵਰਗੇ, 2 ਫਾਕੜਾਂ ਦੇ ਵਿੱਚ ਭਾਈ ਮਤੀ ਦਾਸ ਨੂੰ ਚੀਰਿਆ ਤੇ ਸਰੀਰ ਦੀਆਂ 2 ਫਾਕੜਾਂ ਹੋ ਗਈਆਂ ਜਿਵੇਂ ਫੱਟਾ ਚੀਰ ਦਈਦਾ। ਪਰ ਫੇਰ ਵੀ ਧੰਨ ਗੁਰੂ ਕਾ ਸਿੱਖ, ਇੱਥੇ ਸ਼ਹੀਦੀ ਹੋਈ ਨਾ ਦਿੱਲੀ ਦੇ ਵਿੱਚ, ਭਾਈ ਮਤੀ ਦਾਸ ਜਪਜੀ ਸਾਹਿਬ ਪੜ੍ਹਦਾ ਪਿਆ ਸੀ, ਪਰ ਜਿੰਨਾ ਚਿਰ ਜਪਜੀ ਸਾਹਿਬ ਦੀ ਸਮਾਪਤੀ ਨਹੀਂ ਹੋਈ, ਸਰੀਰ ਦੇ 2 ਹਿੱਸਿਆਂ ਦੇ ਵਿੱਚੋਂ, 2 ਫਾਕੜਾਂ ਦੇ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਤੇ ਸ਼ਲੋਕ ਪੜ੍ਹ ਕੇ ਆਵਾਜ਼ ਆਉਣੀ ਬੰਦ ਹੋਈ ਸੀ। ਇਹਨੂੰ ਕਹਿੰਦੇ ਆਤਮਵੇਤਾ, ਇਹਨੂੰ ਕਹਿੰਦੇ ਬ੍ਰਹਮ ਗਿਆਨੀ, ਜਿਹਦੇ ਉੱਤੇ ਦੁੱਖ ਦੀ ਗੱਲ ਛੱਡ, ਜਿਹਦੇ ਉੱਤੇ ਮੌਤ ਦਾ ਅਸਰ ਵੀ ਨਹੀਂ ਪੈਂਦਾ, ਆਪਣਾ ਨਿਯਮ ਪੂਰਾ ਕਰਕੇ ਸਰੀਰ ਛੱਡ ਦਿੰਦਾ। ਉਹ ਹੈ ਗਿਆਨ ਕੀ ਮੁਦਰਾ, ਅਕਲਪਤ ਮੁਦਰਾ, ਗੁਰੂ ਦੇ ਗਿਆਨ ਦੁਆਰਾ ਵਿਚਾਰੇ, ਘਟ ਘਟ ਸਾਚਾ ਸਰਬ ਜੀਆ। ਤੇ ਪਰਮੇਸ਼ਰ, ਅਗਲਾ ਪ੍ਰਸ਼ਨ ਸੀ, ਕਿਹੜੇ ਹਿਰਦੇ ਵਿੱਚ ਵਸਦਾ ਹੈ? ਗਰੀਬ ਦੇ ਨਹੀਂ ਵਸਦਾ ਹੋਊਗਾ, ਅਮੀਰ ਦੇ ਵਸਦਾ ਹੋਊਗਾ, ਅਮੀਰ ਦੇ ਨਹੀਂ ਵਸਦਾ ਹੋਊਗਾ, ਸਾਧੂ ਦੇ ਵਸਦਾ ਹੋਊਗਾ। ਮਹਾਰਾਜ ਕਹਿੰਦੇ ਨਹੀਂ, ਹਰੇਕ ਘਟ ਹਿਰਦੇ ਦੇ ਵਿੱਚ ਪਰਮੇਸ਼ਰ ਵਸਦਾ ਪਿਆ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਤੁਸੀਂ ਇੱਕ ਸ਼ਬਦ ਪੜ੍ਹਦੇ ਆ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਹਨ, ਗੁਰ ਬਚਨੀ ਅਵਗਤ ਸਮਾਈ ਹੈ, ਤਤ ਨਿਰੰਜਨ ਸਹਿਜ ਲਹੈ। ਤੇ ਅਗਲਾ ਪ੍ਰਸ਼ਨ ਸੀ, ਮੌਤ ਦਾ ਦੁੱਖ ਕਿਵੇਂ ਦੂਰ ਕਰਾਂ? ਮਹਾਰਾਜ ਕਹਿੰਦੇ, ਗੁਰ ਬਚਨੀ ਅਵਗਤ ਸਮਾਈਐ, ਗੁਰੂ ਦੇ ਬਚਨਾਂ ਦੀ ਕਮਾਈ ਕਰ, ਗੁਰੂ ਦੇ ਬਚਨਾਂ ਨੂੰ ਮੰਨ। ਅੱਜ ਕੱਲ ਆਪਾਂ ਮੰਨਦੇ ਨਹੀਂ। ਜੇ ਕਿਸੇ ਸਿੱਖ ਨੂੰ ਕਹੀਏ ਕਿ ਭਾਈ ਅੰਮ੍ਰਿਤ ਛਕ, ਤੇ ਉਹ ਅੱਗਿਓਂ ਕਹਿੰਦਾ, ਕਿਉਂ? ਮੈਂ ਬਿਨਾਂ ਅੰਮ੍ਰਿਤ ਛਕਣ ਤੋਂ ਕਿਤੇ ਘੱਟ ਸਿੱਖ ਹਾਂ? ਮੇਰੀ ਸਿੱਖੀ ਵਿੱਚੋਂ ਨਿਕਲ ਚੱਲੀ ਕਿਤੇ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਗੁਰ ਬਚਨੀ, ਗੁਰੂ ਦੇ ਬਚਨ ਨੂੰ ਮੰਨ, ਗੁਰੂ ਦੇ ਬਚਨ ਦੀ ਕਮਾਈ ਕਰ। ਅਵਗਤ ਸਮਾਈਐ, ਜਿਹੜਾ ਅਦ੍ਰਿਸ਼ਟ ਪਰਮਾਤਮਾ ਹੈ, ਜਿਹਦੀ ਪ੍ਰਾਪਤੀ ਹੋਣੀ ਬੜੀ ਕਠਿਨ ਹੈ, ਜਦੋਂ ਉਹਦੇ ਵਿੱਚ ਸਮਾ ਜਾਵੇਂਗਾ ਤੇ ਫਿਰ ਤੈਨੂੰ ਮੌਤ ਦਾ ਦੁੱਖ ਨਹੀਂ ਲੱਗੇਗਾ, ਫਿਰ ਮੌਤ ਦਾ ਅਸਰ ਨਹੀਂ ਤੇਰੇ ਉੱਤੇ ਪਵੇਗਾ। ਤਤ ਨਿਰੰਜਨ ਸਹਿਜ ਲਹੈ। ਅਗਲਾ ਪ੍ਰਸ਼ਨ, ਕਿਉਂ ਨਿਰਭੈ ਕਰ ਜਾਈਐ? ਤਾਂ ਮਹਾਰਾਜ ਕਹਿੰਦੇ, ਜਦੋਂ ਵੇਦ ਸ਼ਾਸਤਰ ਜਿੰਨੇ ਧਾਰਮਿਕ ਗ੍ਰੰਥ ਨੇ, ਤਤ ਕਹਿੰਦੇ ਨਿਚੋੜ ਨੂੰ, ਨਿਰੰਜਨ ਕਹਿੰਦੇ ਮਾਇਆ ਦੀ ਕਾਲਖ ਤੋਂ ਰਹਿਤ ਨੂੰ। ਜਦੋਂ ਉਸ ਪਰਮੇਸ਼ਰ ਦਾ ਸਹਿਜ ਕਹਿੰਦੇ ਗਿਆਨ ਨੂੰ, ਗਿਆਨ ਪ੍ਰਾਪਤ ਕਰ ਲਵੇਂਗਾ ਤਾਂ ਫਿਰ ਨਿਰਭਉ ਹੋ ਜਾਵੇਂਗਾ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੋ ਖੋਜ ਲਹੈ। ਤੇ ਅਗਲੇ ਪ੍ਰਸ਼ਨ ਦਾ ਉੱਤਰ, ਸਹਿਜ ਸੰਤੋਖ ਕਾ ਆਸਣ ਜਾਣੇ। ਸੰਤੋਖ ਵਿੱਚ ਕਿੱਦਾਂ ਟਿਕਾਂ, ਸਹਿਜ ਵਿੱਚ ਸਥਿਤੀ ਕਿੱਦਾਂ ਹੋਵੇ? ਤਾਂ ਸਤਿਗੁਰੂ ਕਹਿੰਦੇ ਨੇ, ਨਾਨਕ ਦੂਜੀ ਕਾਰ ਨਾ ਕਰਨੀ। ਗੁਰੂ ਤੋਂ ਬਿਨਾ, ਗੁਰੂ ਦੀ ਸੇਵਾ ਤੋਂ ਬਿਨਾ ਹੋਰ ਕੋਈ ਦੂਜੇ ਦੀ, ਕਿਸੇ ਪੀਰ ਫਕੀਰ, ਕਿਸੇ ਮੜੀ ਮਸਾਣੀ ਦੀ ਕਾਰ ਨਹੀਂ ਕਰਨੀ, ਸੇਵਾ ਨਹੀਂ ਕਰਨੀ। ਮੈਂ ਸਵਾਮੀ ਰਾਮ ਤੀਰਥ ਜੀ ਦੀ ਇੱਕ ਪੁਸਤਕ ਪੜ੍ਹਦਾ ਪਿਆ ਸੀ, ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਸਰਵੋਤਮ ਪੰਥ ਖਾਲਸਾ ਪੰਥ। ਉਹਦੇ ਵਿੱਚ ਸਵਾਮੀ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ, ਸ਼ਰਮ ਆ ਜਾਂਦੀ ਜਦੋਂ ਸਿੱਖ ਭਰਾ ਮੜੀਆਂ ਮਸਾਣਾ ਤੇ ਤੁਰੇ ਫਿਰਦੇ।
ਉਹਨਾਂ ਆਖਿਆ ਜਿਹੜਾ ਲੁਧਿਆਣੇ ਦੇ ਸੱਜੇ ਬੰਨੇ, ਇਧਰੋਂ ਜਾਈਏ ਤੇ ਸੱਜੇ ਬੰਨੇ, ਜਲੰਧਰੋਂ ਆਈਏ ਤੇ ਖੱਬੇ ਬੰਨੇ ਜਿਹੜਾ ਸਤਲੁਜ ਦਾ ਪੁਲ ਹੈ, ਉਸ ਪੁਲ ਤੇ ਇੱਕ ਪਾਸੇ ਜੇ ਫੱਕਰ ਦੀ ਜਗ੍ਹਾ ਬਣੀ ਹੋਈ ਹੈ। ਕਹਿੰਦੇ ਜਦੋਂ ਮੈਂ ਦੇਖਿਆ ਉਦੋਂ ਕੁਝ ਨਹੀਂ ਸੀ ਤੇ ਉੱਥੇ ਬੜਾ ਝਾੜ ਹੁੰਦਾ ਸੀ, ਬੜੀ ਡਰਾਉਣੀ ਜਗ੍ਹਾ ਹੁੰਦੀ ਸੀ ਤੇ ਲੋਕ ਉੱਥੇ ਪਖਾਨਾ ਜਾਂਦੇ ਹੁੰਦੇ ਸੀ। ਪਖਾਨਾ ਤੇ ਤੁਸੀਂ ਸਮਝਦੇ ਨਾ, ਲੋਕ ਉੱਥੇ ਵਾਸ਼ਰੂਮ ਕਿਰਿਆ ਜਾਂਦੇ ਹੁੰਦੇ ਸੀ, ਜਿੱਥੇ ਅੱਜ ਕਹਿੰਦੇ ਇਹਨਾਂ ਨੇ ਫੱਕਰ ਦੀ ਜਗ੍ਹਾ ਬਣਾਤੀ ਤੇ ਕਹਿੰਦੇ ਬੇਵਕੂਫਾਂ ਵਾਂਗ ਦੁਨੀਆ ਉੱਥੇ ਜਾ ਜਾ ਮੱਥੇ ਟੇਕਦੀ ਪਈ। ਮੈਂ ਹੈਰਾਨ ਰਹਿ ਗਿਆ ਕਿ ਇੱਕ ਪਖਾਨੇ ਦੀ ਜਗ੍ਹਾ ਨੂੰ ਇਹਨਾਂ ਨੇ ਰੱਬ ਦੀ ਜਗ੍ਹਾ ਬਣਾ ਛੱਡਿਆ। ਇਹੋ ਜਿਹਾ ਬੁਰਾ ਹਾਲ। ਨਾਨਕ ਦੂਜੀ ਕਾਰ ਨਾ ਕਰਨੀ, ਦੂਜੇ ਦੀ ਸੇਵਾ ਨਹੀਂ ਕਰਨੀ, ਪਰਮੇਸ਼ਰ ਨੂੰ ਛੱਡ, ਸੇਵੈ ਸਿੱਖ ਸੋ ਖੋਜ ਲਹੈ। ਤੇ ਮਹਾਰਾਜ ਕਹਿੰਦੇ ਭਾਈ ਅਗਲੇ ਪ੍ਰਸ਼ਨ ਦਾ ਉੱਤਰ ਕਿਉਂ ਛੇਦੈ ਬਹਿਰਾਈਐ। ਕਹਿੰਦੇ ਜੇ ਸੇਵਾ ਕਰੇ ਗੁਰੂ ਦੀ ਤੇ ਫੇਰ ਗੁਰੂ ਕਿਆ ਸਿੱਖਾ ਤੈਨੂੰ ਪਰਮੇਸ਼ਰ ਮਿਲ ਪੂ ਤੇ ਤੇਰੇ ਅੰਦਰੋਂ ਕਾਮ ਕ੍ਰੋਧ ਮੁੱਕ ਜਾਣਗੇ, ਇਹ ਵੈਰੀ ਖਤਮ ਹੋ ਜਾਣਗੇ ਤੇਰੇ ਅੰਦਰੋਂ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸਚ ਜਾਣੈ ਸੋਈ। ਉਸ ਪਰਮੇਸ਼ਰ ਦਾ ਹੁਕਮ ਵੀ ਵਿਸਮਾਦ ਸਮਝ ਤੋਂ ਪਰੇ ਹੈ। ਹੁਕਮੀ ਪਰਮੇਸ਼ਰ ਨੂੰ ਪਛਾਨਣਾ ਕਰ, ਜਿਹੜਾ ਪਰਮੇਸ਼ਰ ਸਾਰੇ ਜੀਵਾਂ ਦੀ ਜੁਗਤ ਜਾਣਦਾ ਹੈ, ਹਰੇਕ ਨੂੰ ਖਾਣਾ ਦਾਣਾ ਕਰਮਾਂ ਦਾ ਹਿਸਾਬ, ਇਸ ਪ੍ਰਕਾਰ ਜਿਹੜਾ ਸਾਰੇ ਸੰਸਾਰ ਨੂੰ ਚਲਾਉਂਦਾ ਹੈ, ਉਹਨੂੰ ਸੱਚ ਨਿਸ਼ਚੈ ਕਰਕੇ ਜਾਣਨਾ ਕਰ। ਆਪ ਮੇਟ ਨਿਰਾਲਮ ਹੋਵੈ, ਅੰਤਰ ਸਾਚ ਜੋਗੀ ਕਹੀਐ ਸੋਈ। ਤੇ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ ਜੀ ਅਸਲੀ ਜੋਗੀ ਕਿਹੜਾ ਹੈ? ਮਹਾਰਾਜ ਕਹਿੰਦੇ ਆਪ ਮੇਟ, ਜਿਹੜਾ ਆਪਣੇ ਅੰਦਰੋਂ ਹੰਕਾਰ ਮੇਟ ਦਵੇ, ਆਪਣੇ ਆਪ ਨੂੰ ਮਾਰ ਲਵੇ ਤੇ ਨਿਰਾਲਮ ਨਿਰਲੇਪ ਹੋ ਜੇ ਦੁਨੀਆ ਤੋਂ, ਅੰਤਰ ਸਾਚ, ਅੰਦਰ ਪਰਮੇਸ਼ਰ ਦਾ ਧਿਆਨ ਕਰੇ, ਸਾਖਸ਼ਾਤ ਕਰੇ, ਜੋਗੀ ਕਹੀਐ ਸੋਈ, ਉਹ ਜੋਗੀ ਹੈ। ਤੇ ਇਸ ਤੋਂ ਅੱਗੇ ਫਿਰ 22ਵੀਂ ਪੌੜੀ ਦੇ ਪ੍ਰਸ਼ਨ ਉੱਤਰ ਕਰਦੇ ਹਨ। ਕਹਾਂ ਤੇ ਆਵੇ ਕਹਾਂ ਇਹੋ ਜਾਵੇ, ਕਹਾਂ ਇਹੋ ਰਹਿ ਸਮਾਈ। ਇਹ ਬੰਦਾ ਕਿੱਥੋਂ ਆਉਂਦਾ ਹੈ, ਕਿੱਥੇ ਮਰ ਕੇ ਚਲਿਆ ਜਾਂਦਾ ਹੈ ਤੇ ਕਿੱਥੇ ਇਹ ਸਮਾ ਜਾਂਦਾ ਹੈ। ਇਸ ਸ਼ਬਦ ਕੋ ਜੋ ਅਰਥ ਆਵੇ, ਤਿਸ ਗੁਰ ਤਿਲ ਨਾ ਤਮਾਈ। ਜਿਹੜਾ ਇਸ ਪ੍ਰਸ਼ਨ ਦਾ ਜਵਾਬ ਦੇ ਦੇ, ਅਰਥ ਕਰ ਦਵੇ, ਮੈਂ ਉਹਨੂੰ ਗੁਰ ਪੂਜਨੀਕ ਮੰਨੂਗਾ, ਗੁਰੂ ਮੰਨੂਗਾ, ਤੇ ਮੈਂ ਸਮਝੂ ਉਹਦੇ ਅੰਦਰ ਰਤਾ ਮਾਤਰ ਵੀ ਤਮੋ ਗੁਣ ਨਹੀਂ, ਉਹਦੇ ਅੰਦਰ ਕਿਸੇ ਤਰ੍ਹਾਂ ਦੀ ਮੈਲ ਨਹੀਂ ਹੈ। ਉਹ ਤਤੈ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ। ਤੇ ਜਿਹੜਾ ਤਤ ਨਿਚੋੜ ਪਰਮੇਸ਼ਰ ਹੈ ਸਾਰੇ ਧਰਮਾਂ ਦਾ, ਅਵਗਤ ਅਦ੍ਰਿਸ਼ਟ ਕਠਨ ਹੈ ਪ੍ਰਾਪਤੀ ਕਰਨ ਵਾਲਾ, ਉਸ ਪਰਮੇਸ਼ਰ ਨੂੰ ਕਿੱਦਾਂ ਪਾਵਾਂ? ਹੁਣ ਇਹਨਾਂ ਦੇ ਜਵਾਬ ਇਸੇ ਸ਼ਬਦ ਵਿੱਚ ਹੀ ਦਿੰਦੇ, ਕਹਾਂ ਤੇ ਆਵੈ ਕਹਾਂ ਇਹੋ ਜਾਵੈ, ਕਹਾਂ ਇਹੋ ਰਹਿ ਸਮਾਈ। ਇਹਦਾ ਜਵਾਬ ਦਿੰਦੇ ਨੇ ਹੁਕਮੈ ਆਵੈ ਹੁਕਮੈ ਜਾਵੈ ਹੁਕਮੇ ਰਹੇ ਸਮਾਈ। ਪਰਮੇਸ਼ਰ ਦੇ ਹੁਕਮ ਵਿੱਚ ਆਉਂਦਾ ਹੈ, ਹੁਕਮ ਵਿੱਚ ਜਾਂਦਾ ਹੈ ਤੇ ਹੁਕਮ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਤੁਸੀਂ ਇੱਕ ਗੱਲ ਚੇਤੇ ਰੱਖਿਓ, ਕਈ ਵਾਰੀ ਤੁਸੀਂ ਕੁਝ ਕੰਮ ਚਾਹੁੰਦੇ ਆ ਵੀ ਮੈਂ ਕਰਾਂ, ਪਰ ਉਹ ਤੁਹਾਡੇ ਪਾਸੋਂ ਹੁੰਦੇ ਨਹੀਂ। ਕਈ ਕੰਮ ਤੁਸੀਂ ਚਾਹੁੰਦੇ ਮੈਂ ਨਾ ਕਰਾਂ, ਉਹ ਬਦੋ ਬਦੀ ਤੁਹਾਡੇ ਪਾਸੋਂ ਹੋਈ ਜਾਂਦੇ। ਇਹਦਾ ਮਤਲਬ ਕੀ ਹੈ? ਭਾਈ ਸੱਜਣਾ ਤੈਨੂੰ ਕੋਈ ਪਿੱਛੇ ਚਲਾਉਣ ਵਾਲਾ ਬੈਠਾ ਹੈ। ਤਾਂ ਮਹਾਰਾਜ ਕਹਿੰਦੇ ਹੁਕਮ ਵਿੱਚ ਹੀ ਆਇਆ ਸੀ ਤੇ ਜਾਣ ਨੂੰ ਕਿਹਦਾ ਜੀ ਕਰਦਾ? ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ। ਹੁਕਮ ਹੀ ਲੈ ਜਾਂਦਾ ਹੈ ਤੇ ਹੁਕਮ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਇਸ ਪ੍ਰਸ਼ਨ ਦਾ ਜਵਾਬ ਦਿੰਦੇ ਨੇ। ਅਗਲਾ ਪ੍ਰਸ਼ਨ, ਕਿਉਂ ਤੱਤੇ ਅਵਗਤੈ ਪਾਵੈ, ਗੁਰਮੁਖ ਲੱਗੈ ਪਿਆਰੋ। ਸਾਰੇ ਧਰਮਾਂ ਦਾ ਨਿਚੋੜ ਪਰਮੇਸ਼ਰ, ਉਹਨੂੰ ਮੈਂ ਕਿੱਦਾਂ ਪ੍ਰਾਪਤ ਕਰਾਂ? ਤਾਂ ਮਹਾਰਾਜ ਜਵਾਬ ਦਿੰਦੇ, ਗੁਰਮੁਖ ਲੱਗੈ ਪਿਆਰੋ। ਜਦੋਂ ਗੁਰੂ ਦੇ ਪਿਆਰ ਦੇ ਵਿੱਚ ਲੱਗ ਜਾਵੇ, ਆਪਣੇ ਗੁਰੂ ਦੇ ਨਾਲ ਪ੍ਰੇਮ ਕਰੇਗਾ, ਤੇ ਇੱਕ ਗੱਲ ਚੇਤੇ ਰੱਖਿਓ, ਜਿੰਨਾ ਚਿਰ ਅਸੀਂ ਕਿਸੇ ਨਾਲ ਪ੍ਰੇਮ ਨਹੀਂ ਨਾ ਕਰਦੇ, ਸਾਨੂੰ ਉਹ ਬੰਦਾ ਭਾਰ ਮਹਿਸੂਸ ਹੁੰਦਾ ਹੈ।
ਅੱਜ ਦੇ ਸਿੱਖ ਕਹਿੰਦੇ ਆ ਕਿ ਕੇਸ ਮੈਂ ਨਹੀਂ ਰੱਖ ਸਕਦਾ, ਉਹਨਾਂ ਨੂੰ ਕੇਸ ਭਾਰੇ ਪ੍ਰਤੀਤ ਹੁੰਦੇ ਆ। ਉਹਦਾ ਮਤਲਬ ਕੀ ਹੈ? ਉਹ ਗੁਰੂ ਨਾਲ ਪ੍ਰੇਮ ਨਹੀਂ ਕਰਦਾ ਹੈ। ਸੱਚ ਜਾਣਿਓ, ਇੱਕ ਮਾਂ ਆਪਣੇ ਪੇਟ ਦੇ ਵਿੱਚ 9 ਮਹੀਨੇ ਬੱਚੇ ਨੂੰ ਚੁੱਕ ਕੇ ਰੱਖਦੀ ਤੇ ਉਹਨੂੰ, ਮਾਂ ਨੂੰ ਤੁਸੀਂ ਕਿਤੇ ਪੁੱਛਿਓ ਵੀ ਤੈਨੂੰ ਇਹ ਭਾਰਾ ਨਹੀਂ ਲੱਗਦਾ? ਦੇਖੋ, ਜੰਮਣ ਤੋਂ ਬਾਅਦ ਧੰਨ ਮਾਵਾਂ, ਧੰਨ ਉਹਨਾਂ ਦੀ ਕਮਾਈ ਜਿਹੜੇ ਆਪਣੀ ਢਿੱਡ ਨੂੰ ਪਾੜ ਕੇ ਇੱਕ ਬੱਚੇ ਨੂੰ ਜਨਮ ਦਿੰਦੀਆਂ। ਦੇਖੋ, ਜਨਮ ਤੋਂ ਬਾਅਦ ਪਿਓ ਬੱਚੇ ਨੂੰ ਚੁੱਕਦਾ ਹੈ ਤੇ ਘੜੀ ਕੁ ਚੁੱਕ ਕੇ ਕਹਿੰਦਾ ਮੈਂ ਥੱਕ ਗਿਆ, ਮੇਰੀਆਂ ਬਾਹਾਂ ਆਕੜ ਗਈਆਂ। ਤੇ ਮਾਂ ਨੇ 9 ਮਹੀਨੇ ਢਿੱਡ 'ਚ ਚੁੱਕਿਆ ਤੇ ਉਹਨੂੰ ਕਹੋ ਤੂੰ ਸੁੱਟ ਕਿਉਂ ਨਹੀਂ ਦਿੰਦੀ, ਤੂੰ ਮਾਰ ਕਿਉਂ ਨਹੀਂ ਦਿੰਦੀ, ਤੂੰ ਇਹਦਾ ਭਾਰ ਕਿਉਂ ਚੁੱਕੀ ਫਿਰਦੀ ਹੈ? ਦੇਖੋ, ਬੱਚੇ ਦਾ ਭਾਰ ਤੇ ਜ਼ਿਆਦਾ ਹੀ ਆ ਨਾ ਕੇਸਾਂ ਨਾਲ, ਤੇ ਉਹਨੂੰ ਨਹੀਂ ਇਹ ਸੁੱਟਦੀ। ਹੁਣ ਮੇਰਾ ਗੁੱਸਾ ਨਾ ਕਰਿਓ, ਉਹਨੂੰ ਨਹੀਂ ਇਹ ਮਾਰਦੀ, ਪਰ ਜਦੋਂ ਉਹੋ ਹੀ ਮਾਂ ਆਪਣੇ ਕੇਸ ਕਤਲ ਕਰਦੀ ਆ, ਰੋਮਾਂ ਦੀ ਬੇਅਦਬੀ ਕਰਦੀ ਆ, ਉਹੀ ਪਿਤਾ ਆਪਣੇ ਰੋਮਾਂ ਦੀ ਬੇਅਦਬੀ ਕਰਦਾ, ਤੇ ਜਾਓ ਉਹਨੂੰ ਕਹੋ ਫਿਰ ਤੂੰ ਆਪਣੇ ਦੁਨਿਆਵੀ ਬੱਚੇ ਨਾਲ ਪ੍ਰੇਮ ਜ਼ਿਆਦਾ ਕਰਦਾ, ਪਰ ਤੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਾਲ ਪ੍ਰੇਮ ਨਹੀਂ ਕਰਦਾ। ਜਿੱਥੇ ਪ੍ਰੇਮ ਹੋਵੇ ਉੱਥੇ ਸੱਜਣਾ ਭਾਰ ਨਹੀਂ ਹੁੰਦਾ। ਇੱਕ ਗੱਲ ਚੇਤੇ ਰੱਖੀ, ਜੇ ਤੈਨੂੰ ਭਾਰ ਲੱਗਦਾ ਅਜੇ ਪੂਰਾ ਤੇਰੇ ਅੰਦਰ ਪ੍ਰੇਮ ਨਹੀਂ ਬਣਿਆ। ਤਾਂ ਮਹਾਰਾਜ ਕਹਿੰਦੇ ਗੁਰੂ ਨਾਲ ਪ੍ਰੇਮ ਕਰ, ਗੁਰੂ ਤੈਨੂੰ ਪਰਮੇਸ਼ਰ ਨੂੰ ਮਿਲਾ ਦੂਗਾ। ਆਪੇ ਸੁਰਤਾ ਆਪੇ ਕਰਤਾ, ਕਹੋ ਨਾਨਕ ਵਿਚਾਰੋ। ਜਿਹੜਾ ਦੁਨੀਆ ਨੂੰ ਕਰਤਾ ਕਰਨ ਵਾਲਾ, ਉਹੀ ਸੁਰਤਾ ਤੇਰੀਆਂ ਅਰਦਾਸਾਂ ਨੂੰ ਸੁਣੇਗਾ। ਇਹ ਸੱਚੇ ਪਾਤਸ਼ਾਹ ਵਿਚਾਰ ਕਥਨ ਕਰਦੇ ਨੇ। ਪੂਰੇ ਗੁਰ ਤੇ ਸਾਚ ਕਮਾਵੇ, ਗਤਮਿਤ ਸ਼ਬਦੈ ਪਾਈ। ਫਿਰ ਪ੍ਰਸ਼ਨ ਕੀਤਾ ਜੀ ਮੈਂ ਗਤ ਕਿੱਦਾਂ ਪ੍ਰਾਪਤ ਕਰਾਂ, ਜੰਮਣ ਮਰਨ ਤੋਂ ਕਿੱਦਾਂ ਰਹਿਤ ਹੋਵਾਂ? ਤਾਂ ਕਹਿੰਦੇ ਪੂਰੇ ਗੁਰੂ ਦੇ ਪੈਰੀਂ ਪੈ ਜਾ ਤੇ ਸੱਚ ਦੀ ਕਮਾਈ ਕਰ, ਤਾਂ ਤੈਨੂੰ ਮਿਤ ਮਰਿਆਦਾ ਗਤ ਪ੍ਰਾਪਤ ਹੋ ਜਾਵੇਗੀ, ਜੰਮਣ ਮਰਨ ਤੋਂ ਰਹਿਤ ਹੋਣ ਦੀ। ਇਹ 3 ਪੌੜੀਆਂ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਭੁੱਲ ਚੁੱਕ ਦੀ ਖਿਮਾ। ਆਓ 2 ਪੌੜੀਆਂ ਪੰਕਤੀਆਂ ਅਖੀਰਲੀਆਂ ਪੜ੍ਹ ਕੇ ਸਮਾਪਤੀ ਕਰੀਏ। ਹੁਕਮੇ ਆਵੇ ਹੁਕਮੇ ਜਾਵੇ, ਹੁਕਮੇ ਰਹਿ ਸਮਾਈ। ਪੂਰੇ ਗੁਰ ਤੇ ਸਾਚ ਕਮਾਵੇ, ਗਤ ਮਿਤ ਸਭ ਦੇ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।